ਗੁੱਡ ਮਾਰਨਿੰਗ ਬੇਟਾ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਆਓ ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਵੰਨਗੀ ਸ਼ੁਰੂ ਕਰਨ ਜਾ ਰਹੇ ਹਾਂ। ਇਹ ਕਹਾਣੀਆਂ ਤੇ ਇਕਾਂਗੀ ਵਾਲੀ ਬੁੱਕ ਹੈ। ਅੱਜ ਆਪਾਂ ਇਸ ਦੀ ਪਹਿਲੀ ਕਹਾਣੀ ਕੁਲਫੀ ਰੀਡ ਕਰਾਂਗੇ। ਇਹ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਹੈ। ਇਸ ਕਹਾਣੀ ਵਿੱਚ ਲੇਖਕ ਨੇ ਘੱਟ ਤਨਖਾਹ ਲੈਣ ਵਾਲੇ ਇੱਕ ਮੁਲਾਜ਼ਮ ਮਤਲਬ ਇੰਪਲੋਈ ਦੀ ਆਰਥਿਕ ਹਾਲਤ ਦਾ ਚਿੱਤਰ ਪੇਸ਼ ਕੀਤਾ ਹੈ ਕਿ ਕਿਵੇਂ ਜਿਹੜੇ ਘੱਟ ਲੈਣ ਵਾਲੇ ਇੰਪਲੋਈ ਹੈ ਉਹ ਕਿਵੇਂ ਸਾਰੀ ਉਮਰ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਹਨ ਅਤੇ ਈਵਨ ਛੋਟੀ ਜਿਹੀ ਇੱਛਾ ਕੁਲਫੀ ਖਾਣ ਦੀ, ਉਹ ਕੁਲਫੀ ਖਾਣ ਦੀ ਆਪਣੀ ਇੱਛਾ ਨੂੰ ਪੂਰੀ ਨਹੀਂ ਕਰ ਸਕਦਾ ਅਤੇ ਆਪਣੇ ਬੱਚੇ ਦੇ ਕੁਲਫੀ ਮੰਗਣ 'ਤੇ ਉਹਨੂੰ ਬਹਾਨੇ ਲਾਉਂਦਾ ਹੈ। ਜਦੋਂ ਕੋਈ ਛੋਟੀਆਂ ਚੀਜ਼ਾਂ ਮੰਗਦਾ ਹੈ ਤਾਂ ਉਹਨੂੰ ਟਾਲ ਦਿੰਦਾ ਹੈ। ਤਾਂ ਇਸ ਕਹਾਣੀ ਦੁਆਰਾ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਇੱਕ ਨਿਮਨ ਵਰਗ ਦਾ ਜਿਹੜਾ ਸਧਾਰਨ ਮਨੁੱਖ ਹੈ ਕਿਵੇਂ ਸਾਰੀ ਉਮਰ ਔਕੜਾਂ ਦਾ, ਮੁਸੀਬਤਾਂ ਦਾ ਸਾਹਮਣਾ ਕਰਦਾ ਹੈ ਅਤੇ ਸਮਾਜਿਕ ਅਤੇ ਆਰਥਿਕ ਤੰਗੀ ਨੂੰ ਹੰਢਾਉਂਦਾ ਹੈ। ਇਹ ਕਹਾਣੀ ਪੜ੍ਹਨ ਤੋਂ ਪਹਿਲਾਂ ਆਪਾਂ ਲੇਖਕ ਬਾਰੇ ਪੜ੍ਹ ਲਈਏ। ਪ੍ਰਿੰਸੀਪਲ ਸੁਜਾਨ ਸਿੰਘ ਦਾ ਜਨਮ 1909 ਈਸਵੀ ਵਿੱਚ ਮਾਤਾ ਸ਼੍ਰੀਮਤੀ ਜਮਨਾ ਦੇਵੀ ਅਤੇ ਪਿਤਾ ਸਰਦਾਰ ਹਕੀਮ ਸਿੰਘ ਦੇ ਘਰ ਹੋਇਆ। 11 ਵਰ੍ਹਿਆਂ ਦੀ ਛੋਟੀ ਉਮਰੇ ਹੀ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਅਜੇ ਉਹ 11 ਸਾਲਾਂ ਦੇ ਸਨ ਕਿ ਪਿਤਾ ਉਹਨਾਂ ਦੇ ਸਵਰਗਵਾਸ ਹੋ ਗਏ। ਹੁਣ ਉਹਨਾਂ ਦੇ ਸਾਹਮਣੇ ਇੱਕ ਸਮੱਸਿਆ ਪੈਰਾਂ ਸਿਰ ਖੜ੍ਹੇ ਹੋਣ ਦੀ ਸੀ ਅਤੇ ਦੂਜੀ ਵਿੱਦਿਆ ਪ੍ਰਾਪਤ ਕਰਨ ਦੀ ਸੀ। ਇੱਕ ਉਹਨਾਂ ਦੇ ਸਾਹਮਣੇ ਕੀ ਸੀ, ਦੋ ਪ੍ਰੋਬਲਮ ਸੀ ਕਿ ਉਹ ਕਿਵੇਂ ਐਜੂਕੇਸ਼ਨ ਪ੍ਰਾਪਤ ਕਰਨ ਅਤੇ ਕਿਵੇਂ ਘਰ ਦਾ ਗੁਜ਼ਾਰਾ ਕਰਨ, ਅਤੇ ਦੋਹਾਂ ਵਿੱਚ ਹੀ ਜੇਤੂ ਰਹੇ ਅਤੇ ਉਹਨਾਂ ਨੇ ਦੋਨਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ। ਉਹਨਾਂ ਨੇ ਗੋਦਾਮ ਕੀਪਰੀ ਤੋਂ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੱਕ ਨੌਕਰੀ ਦਾ ਸਫ਼ਰ ਤੈਅ ਕੀਤਾ। ਉਹਨਾਂ ਨੇ ਗੋਦਾਮ ਦੇ ਵਿੱਚ ਵਾਚਮੈਨ ਦਾ ਕੰਮ ਵੀ ਕੀਤਾ ਅਤੇ ਉਹ ਪ੍ਰਿੰਸੀਪਲ ਵੀ ਬਣੇ। ਜ਼ਿੰਦਗੀ ਨਾਲ ਇਸ ਸਿੱਧੇ ਵਾਹ ਸਦਕਾ ਉਹਨਾਂ ਦੀਆਂ ਕਹਾਣੀਆਂ ਵਿੱਚ ਪੇਸ਼ ਮਨੁੱਖੀ ਚਿੱਤਰ ਵਾਸਤਵਿਕ ਹਨ ਕਿ ਉਹਨਾਂ ਦਾ ਜ਼ਿੰਦਗੀ ਨਾਲ ਜਿਹੜਾ ਉਹਨਾਂ ਦਾ ਸੰਬੰਧ ਇਸ ਤਰ੍ਹਾਂ ਦਾ ਰਿਹਾ। ਇਸ ਕਰਕੇ ਉਹਨਾਂ ਦੀਆਂ ਕਹਾਣੀਆਂ ਵਿੱਚ ਜਿਹੜੇ ਮਨੁੱਖੀ ਚਿੱਤਰ ਹੈ ਨਾ, ਉਹ ਵਾਸਤਵਿਕ ਹੈ, ਓਰੀਜਨਲ ਹੈ। ਸੁਜਾਨ ਸਿੰਘ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿੱਚ ਜੋ ਪਾਤਰ ਪੇਸ਼ ਕੀਤੇ ਹਨ ਉਹ ਨਿਮਨ ਵਰਗ ਦੇ ਸਧਾਰਨ ਮਨੁੱਖ ਹਨ। ਉਹ ਜਿਹੜਾ ਨਿਮਨ ਵਰਗ ਹੁੰਦਾ ਹੈ ਉਹਦੇ ਆਮ ਜਿਹੇ ਮਨੁੱਖ ਹੈ। ਉਹਨਾਂ ਨੇ ਉਹਨਾਂ ਦੇ ਜੀਵਨ ਦੀਆਂ ਔਕੜਾਂ, ਮੁਸੀਬਤਾਂ ਅਤੇ ਮਾਨਸਿਕਤਾ ਨੂੰ ਨਿਸ਼ਚਿਤ ਕਰਨ ਵਾਲੇ ਸਮਾਜਿਕ ਆਰਥਿਕ ਆਧਾਰਾਂ ਵੱਲ ਪਾਠਕਾਂ ਦਾ ਧਿਆਨ ਖਿੱਚਿਆ ਕਿ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਆਮ ਮਨੁੱਖ ਹੈ, ਸਧਾਰਨ ਮਨੁੱਖ ਹੈ, ਉਹਨੂੰ ਸਾਰੀ ਉਮਰ ਕਿਵੇਂ ਜ਼ਿੰਦਗੀ ਵਿੱਚ ਮੁਸ਼ਕਿਲਾਂ ਨੂੰ ਫੇਸ ਕਰਨਾ ਪੈਂਦਾ ਹੈ ਅਤੇ ਇਸ ਚੀਜ਼ ਲਈ ਉਹਨਾਂ ਦੇ ਜਿਹੜੇ ਸਮਾਜਿਕ ਅਤੇ ਆਰਥਿਕ ਆਧਾਰ ਹੁੰਦੇ ਆ ਉਹ ਕਿਵੇਂ ਰਿਸਪੋਂਸੀਬਲ ਹੁੰਦੇ ਆ। ਉਹਨਾਂ ਦੇ ਕਹਾਣੀ ਸੰਗ੍ਰਹਿ ਦੁੱਖ ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤਾ, ਮਨੁੱਖ ਤੇ ਪਸ਼ੂ, ਸਭ ਰੰਗ, ਨਵਾਂ ਰੰਗ, ਸਵਾਲ ਜਵਾਬ ਅਤੇ ਸ਼ਹਿਰ ਤੇ ਗ੍ਰਾਂ ਹਨ। ਰਾਸ ਲੀਲਾ, ਪ੍ਰਾਹੁਣਾ, ਕੁਲਫੀ, ਪਾਸੇ ਦਾ ਸੋਨਾ, ਬਾਗਾਂ ਦਾ ਰਾਖਾ, ਪਠਾਨ ਦੀ ਧੀ, ਕਲਮ ਜਾਗ ਪਈ ਆਦਿ ਉਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਹਨ। ਸੁਜਾਨ ਸਿੰਘ ਨੂੰ ਸਾਹਿਤ ਅਕਾਦਮੀ ਵੱਲੋਂ ਉਹਨਾਂ ਦੀ ਕਹਾਣੀ ਸ਼ਹਿਰ ਤੇ ਗ੍ਰਾਂ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀਆਂ ਦਾ ਇਹ ਹਰਮਨ ਪਿਆਰਾ ਕਹਾਣੀਕਾਰ ਹਰਮਨ ਪਿਆਰਾ, ਸਾਰਿਆਂ ਦੇ ਮਨ ਨੂੰ ਚੰਗਾ ਲੱਗਣ ਵਾਲਾ ਕਹਾਣੀਕਾਰ ਜਿਹੜਾ 1999 ਈਸਵੀ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਿਆ, ਸਦਾ ਲਈ ਸਾਡੇ ਤੋਂ ਵਿਛੜ ਗਿਆ, ਮਤਲਬ ਇਹਨਾਂ ਦਾ ਸਵਰਗਵਾਸ ਹੋ ਗਿਆ।
ਆਓ ਆਪਾਂ ਇਹ ਕਹਾਣੀ ਪੜ੍ਹਦੇ ਹਾਂ। ਕੁਲਫੀ ਕਹਾਣੀ। ਮਹੀਨਾ ਮੁੱਕਣ 'ਤੇ ਸੀ, ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਜਿਹੜਾ ਮਹੀਨਾ ਖ਼ਤਮ ਹੋਣ ਵਾਲਾ ਸੀ, ਆਖਰੀ ਹਫ਼ਤਾ ਸੀ, ਪਰ ਮੁਸੀਬਤਾਂ ਕਰਕੇ ਐਂ ਮਹਿਸੂਸ ਹੋ ਰਿਹਾ ਸੀ ਕਿ ਇਹ ਖ਼ਤਮ ਹੀ ਨਹੀਂ ਹੋ ਰਿਹਾ। ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਹਨ ਅਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ ਪੁੱਡ ਜਾਂਦੀ ਹੈ। ਲੇਖਕ ਜਿਹੜਾ ਹੈ ਨਾ, ਇਹ ਸਾਰੀ ਕਹਾਣੀ ਮੈਂ ਪਾਤਰ ਦੇ ਰੂਪ ਵਿੱਚ ਦਰਸਾਈ ਗਈ ਹੈ। ਮੈਂ ਪਾਤਰ ਲੇਖਕ ਮਤਲਬ ਮੈਂ ਪਾਤਰ ਦੇ ਦੁਆਰਾ ਆਪਣੀ ਸਾਰੀ ਗੱਲ ਕਹਿਣੀ ਚਾਹੁੰਦਾ ਹੈ, ਜਿਹਨੂੰ ਇੰਗਲਿਸ਼ ਵਿੱਚ ਨਰੇਟਰ ਕਹਿੰਦੇ ਹੈ। ਲੇਖਕ ਕਹਿੰਦਾ ਕਿ ਮੈਂ ਸੋਚ ਰਿਹਾ ਸੀ ਕਿ ਜਿਹੜੇ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਹੁੰਦੇ ਆ ਨਾ, ਪਹਿਲੇ 2 ਵੀਕ ਹੁੰਦੇ ਆ, ਉਹ ਕਿਵੇਂ ਫਟਾਫਟ ਮੁੱਕ ਜਾਂਦੇ ਆ ਅਤੇ ਤਨਖਾਹ ਵੀ ਉਹਨਾਂ ਦੇ ਨਾਲ ਫਟਾਫਟ ਖ਼ਤਮ ਹੋ ਜਾਂਦੀ ਹੈ। ਮੈਨੂੰ ਪੱਠੇ ਦੀ ਸਫ ਚੁੱਭ ਰਹੀ ਸੀ। ਪਾਸਾ ਵੱਟ ਕੇ ਪਿੱਠ 'ਤੇ ਹੱਥ ਫੇਰਿਆ ਤਾਂ ਸਫ ਦੀਆਂ ਪਿੜੀਆਂ ਪਿੰਡੇ ਵਿੱਚ ਖੁੱਭੀਆਂ ਹੋਈਆਂ ਸਨ। ਇਹਨਾਂ ਵਾਕਾਂ ਦੁਆਰਾ ਲੇਖਕ ਦੀ ਜਿਹੜੀ ਆਰਥਿਕ ਤੰਗੀ ਨੂੰ ਦਰਸਾਇਆ ਗਿਆ ਹੈ ਕਿ ਲੇਖਕ ਦੇ ਘਰ ਪੈਸੇ ਦੀ ਬਹੁਤ ਕਮੀ ਹੈ। ਇੱਥੋਂ ਤੱਕ ਕਿ ਸੌਣ ਲਈ ਵਾਣ ਦਾ ਬਣਿਆ ਹੋਇਆ ਮੰਜਾ ਹੈ, ਪਰ ਉਹਦੇ ਉੱਤੇ ਉਸਨੂੰ ਵਿਛਾਉਣ ਲਈ ਉਹਦੇ ਕੋਲ ਕੋਈ ਦਰੀ ਜਾਂ ਕੋਈ ਗਦੈਲਾ ਨਹੀਂ ਹੈ। ਅਤੇ ਬਾਣ ਦੀ ਬੁਣੀ ਹੋਈ ਮੰਜੀ ਦੀ ਜਿਹੜੀਆਂ ਰੱਸੀਆਂ ਹੈ ਨਾ, ਉਹਨੂੰ ਚੁੱਭ ਰਹੀਆਂ ਸਨ। ਪੱਠੇ ਦੀ ਸਫ ਚੁੱਭ ਰਹੀ ਸੀ ਅਤੇ ਜਦੋਂ ਉਹਨੇ ਪਾਸਾ ਵੱਟ ਕੇ ਹੱਥ ਫੇਰਿਆ ਪਿੱਠ 'ਤੇ ਬੈਕ 'ਤੇ, ਤਾਂ ਉਹਨਾਂ ਬਾਣ ਦੀਆਂ ਰੱਸੀਆਂ ਦੇ ਨਿਸ਼ਾਨ ਉਹਨੂੰ ਪਏ ਹੋਏ ਸਨ, ਉਹਦੇ ਪਿੰਡੇ ਉੱਤੇ, ਸਰੀਰ 'ਤੇ ਪਏ ਹੋਏ ਸਨ ਅਤੇ ਉਹਨੂੰ ਚੁੱਭ ਰਹੀਆਂ ਸਨ। ਭਾਵ ਜਿਹੜੀ ਆਰਥਿਕ ਤੰਗੀ ਹੈ ਉਹ ਕਿਵੇਂ ਮਨੁੱਖ ਨੂੰ ਪਰੇਸ਼ਾਨ ਕਰਦੀ ਹੈ। ਮਲਾਈ ਵਾਲੀ ਕੁਲਫੀ, ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਕੁਲਫੀ ਵੇਚਣ ਵਾਲੇ ਨੇ ਆਵਾਜ਼ ਲਾਈ, ਮਲਾਈ ਵਾਲੀ ਕੁਲਫੀ। ਉਸਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਜਿਹੜੀ ਉਹਨੇ ਆਵਾਜ਼ ਮਾਰੀ ਸੀ, ਮਲਾਈ ਵਾਲੀ ਕੁਲਫੀ, ਉਹ ਕਿੰਨੀ ਦੇਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਉਹ ਜਿਹੜੀ ਚਿੱਟੀ ਕੁਲਫੀ ਸੀ ਨਾ, ਉਹ ਜਿਵੇਂ ਸਾਕਾਰ ਹੋ ਗਈ, ਬਿਲਕੁਲ ਮੇਰੇ ਸਾਹਮਣੇ, ਅੱਖਾਂ ਦੇ ਸਾਹਮਣੇ ਆ ਗਈ ਅਤੇ ਨੱਚਣ ਲੱਗੀ। ਮੇਰੇ ਮੂੰਹ ਵਿੱਚ ਪਾਣੀ ਆ ਗਿਆ। ਪਾਣੀ ਆਉਣਾ ਮਤਲਬ ਖਾਣ ਨੂੰ ਜੀ ਕਰਨਾ। ਪਰ ਮੈਂ ਬੇਵੱਸ ਸਾਂ। ਮਤਲਬ ਮੇਰੇ ਵੱਸ ਵਿੱਚ ਨਹੀਂ ਸੀ ਕਿ ਮੈਂ ਕੁਲਫੀ ਖਾ ਸਕਦਾ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਜਿਹੜੀ ਪੈਸੇ ਦੀ ਕਮੀ ਹੁੰਦੀ ਹੈ ਨਾ, ਉਹ ਜੇਲ੍ਹ ਦੀ ਜਿਹੜੀ ਮੁਸ਼ਕਿਲਾਂ ਹੁੰਦੀਆਂ ਨਾ ਜੇਲ੍ਹ ਵਿੱਚ, ਉਸ ਤੋਂ ਵੀ ਜ਼ਿਆਦਾ ਭੈੜੀ ਹੁੰਦੀ ਹੈ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਹੀ ਦਿੱਤਾ। ਮੈਂ ਹਜੇ ਦੁਪਹਿਰ ਦੀ ਆਪਣੀ ਨੀਂਦ ਪੂਰੀ ਨਹੀਂ ਸੀ ਕੀਤੀ ਕਿ ਛੋਟੇ ਕਾਕੇ ਨੇ ਹਿਲੂਣ ਕੇ ਮਤਲਬ ਹਿਲਾ ਕੇ ਮੈਨੂੰ ਜਗਾ ਦਿੱਤਾ। ਮੈਂ ਖਿਝਿਆ ਹੋਇਆ ਸਾਂ। ਮੈਨੂੰ ਖਿਝ ਆਈ, ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਪਰ ਮੇਰੇ ਛੋਟੇ ਕਾਕੇ ਨੇ ਜਦੋਂ ਮੈਨੂੰ ਤੋਤਲੀ ਜਿਹੀ ਪਿਆਰੀ ਆਵਾਜ਼ ਵਿੱਚ ਮੈਨੂੰ ਬੁਲਾਇਆ ਤਾਂ ਮਨ ਸ਼ਾਂਤ ਜਿਹਾ ਹੋ ਗਿਆ। ਦਾਰ ਜੀ, ਕਿੰਨੀਆਂ ਆਜਾਂ ਮਾਰੀਆਂ, ਜਾਗਦੇ ਹੀ ਨਹੀਂ ਤੁਸੀਂ। ਸਰਦਾਰ ਜੀ, ਮੈਂ ਕਿੰਨੀਆਂ ਆਵਾਜ਼ਾਂ ਮਾਰੀਆਂ ਤੁਹਾਨੂੰ, ਤੁਸੀਂ ਜਾਗਦੇ ਹੀ ਨਹੀਂ। ਹਾਂ, ਤੂੰ ਕੀ ਕਹਿੰਦਾ, ਦੱਸ ਵੀ। ਮੈਂ ਕੁਝ ਕਾਹਲੇ ਪੈ ਕੇ ਪੁੱਛਿਆ। ਮਤਲਬ ਮੈਂ ਜਲਦੀ ਉਹਨੂੰ ਪੁੱਛਿਆ ਕਿ ਤੂੰ ਕੀ ਕਹਿਣਾ ਚਾਹੁੰਦਾ ਹੈ, ਦੱਸ। ਇੱਕ ਤੱਕਾ ਦਿਓ ਮੈਨੂੰ, ਤੁਸੀਂ ਟਕਾ ਦੇ ਦਿਓ। ਟਕਾ ਜਿਹੜਾ ਪੁਰਾਣੇ ਸਮੇਂ ਦੇ 2 ਪੈਸਿਆਂ ਦਾ ਇੱਕ ਸਿੱਕਾ ਹੁੰਦਾ ਸੀ। ਤੁਸੀਂ ਮੈਨੂੰ ਟਕਾ ਦਿਓ। 1 ਟਕਾ ਦਾ ਜੀ, 1 ਟਕਾ ਦੇ ਦਿਓ ਮੈਨੂੰ ਤੁਸੀਂ। ਪਰ ਟਕਾ ਮੇਰੇ ਕੋਲ ਹੈ ਹੀ ਨਹੀਂ ਸੀ। ਪੈਸੇ ਖਤਮ ਹੋ ਚੁੱਕੇ ਸਨ ਮੇਰੇ ਕੋਲ। 2 ਪੈਸਿਆਂ ਦਾ ਸਿੱਕਾ ਵੀ ਨਹੀਂ ਸੀ ਮੇਰੇ ਕੋਲ। ਅੱਜ ਕੁਝ ਵੀ ਨਹੀਂ ਸੀ, ਕੋਈ ਪੈਸਾ ਧੇਲਾ ਨਹੀਂ ਸੀ। ਜੂਨ ਦੀ 26 ਤਾਰੀਖ ਸੀ।
ਤੇ ਘਰ ਦਾ ਖਰਚ ਬਾਜ਼ਾਰ ਦੀ ਉਧਾਰ ਦੀ ਸਾਖ 'ਤੇ ਮਸੀਂ ਤੁਰ ਰਿਹਾ ਸੀ। ਇਹ ਸੀ ਕਿ ਬਾਜ਼ਾਰ ਵਿੱਚ ਥੋੜ੍ਹੀ ਜਿਹੀ ਇੱਜ਼ਤ ਸੀ ਅਤੇ ਉਧਾਰ ਮਿਲ ਜਾਂਦਾ ਸੀ ਅਤੇ ਘਰ ਦਾ ਗੁਜ਼ਾਰਾ ਹੋ ਰਿਹਾ ਸੀ। ਇਸ ਲਾਸਟ ਤਰੀਕ 'ਤੇ ਆ ਕੇ ਮੇਰੇ ਕੋਲ ਕੁਝ ਵੀ ਨਹੀਂ ਸੀ। ਟਕਾ ਦਿਓ ਵੀ ਨਾ ਦਾਜੀ। ਕਾਕਾ ਫਿਰ ਕਹਿੰਦਾ ਹੈ, ਮੈਨੂੰ ਟਕਾ ਦੇ ਦਿਓ ਦਾਰ ਜੀ। ਬਾਹਰ ਮੁਰਮਰੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋ ਕੇ ਦੇ ਰਿਹਾ ਸੀ। ਬਾਹਰ ਮੁਰਮਰੇ ਵਾਲਾ ਉੱਚੀ ਉੱਚੀ ਆਵਾਜ਼ ਮਾਰ ਰਿਹਾ, ਹੋਕੇ ਦੇ ਰਿਹਾ, ਆਵਾਜ਼ ਮਾਰ ਰਿਹਾ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ, ਕਾਕਾ ਤੂੰ ਟਕਾ ਕੀ ਕਰਨਾ ਹੈ? ਮਤਲਬ ਮੈਂ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਕਿ ਕੋਈ ਜਵਾਬ ਮੈਨੂੰ ਸੁੱਝੇ, ਮੈਨੂੰ ਟਾਲਾਂ। ਕਾਕਾ ਤੂੰ ਟਕਾ ਕੀ ਕਰਨਾ? ਖੱਚਣਾ? ਮੈਂ ਟਕਾ ਹੋਰ ਕੀ ਕਰੀਦਾ ਟਕੇ ਨੂੰ? ਉਹਨੇ ਤੋਤਲੀ ਆਵਾਜ਼ ਵਿੱਚ ਅਤੇ ਪਿਆਰੀ ਆਵਾਜ਼ ਵਿੱਚ ਫੇਰ ਕਿਹਾ, ਮੈਂ ਖਰਚ ਕਰਨਾ ਟਕਾ, ਹੋਰ ਕੀ ਕਰਦੇ ਆ ਟਕੇ ਦਾ? ਮੈਨੂੰ ਪਤਾ ਹੈ। ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ, ਫਸਟ ਵਰਲਡ ਵਾਰ ਤੋਂ ਬਾਅਦ ਜਦੋਂ ਬਹੁਤ ਮਹਿੰਗਾਈ ਹੋ ਗਈ, ਸਾਨੂੰ ਧੇਲਾ ਖਰਚਣ ਨੂੰ ਮਿਲਦਾ ਸੀ। ਪੁਰਾਣਾ ਸਿੱਕਾ ਜੋ ਪੁਰਾਣੇ ਅੱਧੇ ਪੈਸੇ ਦੇ ਬਰਾਬਰ ਹੁੰਦਾ ਸੀ, ਸਾਨੂੰ ਉਹ ਮਿਲਦਾ ਹੁੰਦਾ ਸੀ। ਅਤੇ ਮਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਹੀ ਨਾ ਆਉਂਦੇ ਸਨ। ਅਤੇ ਉਸ ਧੇਲੇ ਦੇ ਅਸੀਂ ਜੋ ਛੋਲੇ ਲਿਆਉਂਦੇ ਸੀ, ਮਸੱਦੀ ਰਾਮ ਉਸ ਦੁਕਾਨਦਾਰ ਦਾ ਨਾਮ ਹੈ, ਉਹ ਧੇਲੇ ਦੇ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਹੀ ਨਹੀਂ ਆਉਂਦੇ ਸਨ। ਮਤਲਬ ਬਹੁਤ ਸਾਰੇ ਛੋਲੇ ਆ ਜਾਂਦੇ ਸਨ। ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਸਨ ਅਤੇ ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਮਿਲ ਸਕਦੇ। ਅਤੇ ਆਮਦਨ ਮੇਰੀ ਮੇਰੇ ਪਿਤਾ ਜੀ ਦੇ ਪਾਸਕ ਵੀ ਨਹੀਂ ਸੀ। ਅਤੇ ਮੇਰੇ ਲੇਖਕ ਕਹਿੰਦਾ ਹੈ ਕਿ ਮੇਰੀ ਆਮਦਨ ਆਪਣੇ ਪਿਤਾ ਜੀ ਦੀ ਆਮਦਨ ਤੋਂ ਬਹੁਤ ਘੱਟ ਸੀ। ਪਾਸਕ ਮਤਲਬ ਨੇੜੇ ਤੇੜੇ ਵੀ ਨਹੀਂ ਸੀ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਜੀ ਤੋਂ ਕਈ ਗੁਣਾ ਵੱਧ ਸੀ, ਜਦਕਿ ਮੈਂ ਆਪਣੇ ਪਿਤਾ ਜੀ ਤੋਂ ਜ਼ਿਆਦਾ ਪੜ੍ਹਿਆ ਸੀ ਅਤੇ ਕਈ ਗੁਣਾ ਵੱਧ ਸੀ। ਮਤਲਬ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਪੜ੍ਹਿਆ ਹੋਇਆ ਸੀ। ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਸ਼ਾ ਨੂੰ ਬਣਾਉਣ ਅਤੇ ਕਾਇਮ ਰੱਖਣ ਵਾਲੇ ਧਨ ਕੁਬੇਰਾਂ 'ਤੇ ਵਿਚਾਰ ਕਰਨ ਲੱਗਿਆ। ਧਨ ਕੁਬੇਰ ਬਹੁਤ ਅਮੀਰ ਆਦਮੀ, ਜਿਹੜੇ ਬਹੁਤ ਪੈਸਾ ਇਕੱਠਾ ਕਰਕੇ ਰੱਖਦੇ ਹੈ। ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨਾ, ਜਿਨ੍ਹਾਂ ਕੋਲ ਬਹੁਤ ਸਾਰਾ ਧਨ ਹੁੰਦਾ, ਅਮੀਰ ਆਦਮੀ, ਇਹ ਸੰਸਾਰ ਦੀ ਆਰਥਿਕ ਸਥਿਤੀ ਅਤੇ ਇਸ ਸਥਿਤੀ ਨੂੰ ਪੈਦਾ ਕਰਨ ਲਈ ਅਤੇ ਬਣਾਈ ਰੱਖਣ ਲਈ ਜ਼ਿੰਮੇਵਾਰ ਹੁੰਦੇ ਹੈ। ਮੈਂ ਉਹਨਾਂ ਬਾਰੇ ਸੋਚਣ ਲੱਗ ਗਿਆ, ਕਿਉਂਕਿ ਉਹ ਪੈਸਾ ਜਮ੍ਹਾਂ ਕਰ ਲੈਂਦੇ ਹੈ, ਗਰੀਬ ਆਦਮੀ ਹੋਰ ਗਰੀਬ ਹੁੰਦਾ ਜਾਂਦਾ ਹੈ ਅਤੇ ਫਿਰ ਅਮੀਰ ਹੋਰ ਅਮੀਰ ਹੁੰਦਾ ਜਾਂਦਾ ਹੈ ਅਤੇ ਜਿਹੜੀ ਆਰਥਿਕ ਸਥਿਤੀ ਵਿਗੜ ਜਾਂਦੀ ਹੈ। ਇਸ ਕਰਕੇ ਬਾਹਰੋਂ ਫੇਰ ਮੁਰਮਰਾ ਛੋਲੇ ਦਾ ਹੋਕਾ ਗੂੰਜਿਆ। ਬਾਹਰੋਂ ਫੇਰ ਮੁਰਮਰੇ ਦੇ ਛੋਲੇ ਦੀ ਆਵਾਜ਼ ਆਈ ਅਤੇ ਕਾਕੇ ਨੇ ਆਖਿਆ, ਟਕਾ ਦਿਓ ਵੀ ਨਾ ਦਾਰ ਜੀ, ਟਕਾ ਦੇ ਦਿਓ ਦਾਰ ਜੀ। ਟਕਾ ਭੈੜਾ ਹੁੰਦਾ, ਮੈਂ ਹਾਲਾਤ ਤੋਂ ਪੈਦਾ ਹੋਈ ਬਦਹਵਾਸੀ ਜਿਹੀ ਵਿੱਚ ਕਿਹਾ। ਮੈਂ ਨਾ ਉਸ ਹਾਲਾਤ ਤੋਂ ਪਰੇਸ਼ਾਨ ਹੋ ਗਿਆ ਅਤੇ ਮੈਂ ਕਾਕੇ ਨੂੰ ਕਿਹਾ, ਟਕਾ ਚੰਗਾ ਨਹੀਂ ਹੁੰਦਾ, ਮਾੜਾ ਹੁੰਦਾ, ਬੁਰਾ ਹੁੰਦਾ। ਟਕਾ ਵੀ ਕਦੀ ਭੈੜਾ ਹੁੰਦਾ ਦਾਜੀ, ਟਕੇ ਦਾ ਮੁਰਮਰਾ ਆਉਂਦਾ। ਅਤੇ ਕਾਕੇ ਨੇ ਕਿਹਾ, ਟਕਾ ਵੀ ਕਦੇ ਮਾੜਾ ਹੁੰਦਾ ਦਾਰ ਜੀ, ਟਕੇ ਦਾ ਮੁਰਮਰਾ ਆ ਜਾਂਦਾ, ਮੁਰਮਰਾ ਭੈੜਾ ਹੁੰਦਾ। ਮੈਂ ਫਿਰ ਸਮਝਾਇਆ, ਮੈਂ ਆਖਿਆ, ਅਤੇ ਬਾਕੀ ਗੱਲ ਹਾਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ, ਮੁਰਮਰਾ ਤਾਂ ਮਿੱਠਾ ਹੁੰਦਾ, ਮੁਰਮਰਾ ਤਾਂ ਮਿੱਠਾ ਹੁੰਦਾ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮੈਂ ਵੀ ਮਿੱਠੇ ਦਾ ਲੋਭੀ ਹਾਂ ਅਤੇ ਮੈਂ ਉਸਦੇ ਇਸ ਤਰਕ ਦਾ ਕੋਈ ਜਵਾਬ ਨਹੀਂ ਦੇ ਸਕਿਆ। ਮੇਰੇ ਕੋਲ ਕੋਈ ਆਨਸਰ ਹੈ ਹੀ ਨਹੀਂ ਸੀ, ਕਿਉਂਕਿ ਮੈਂ ਵੀ ਮਿੱਠਾ ਖਾਣ ਦਾ ਲਾਲਚੀ ਸੀ। ਪਰ ਫਿਰ ਵੀ ਮੈਂ ਆਪਣੀ ਫੋਕੀ ਹਿਕਮਤ ਜਤਾਉਂਦਿਆਂ ਕਿਹਾ, ਹਿਕਮਤ ਵੈਦਗੀ, ਹਕੀਮੀ ਛਾਂਟਦਿਆਂ ਕਿਹਾ, ਮੁਰਮਰੇ ਨਾਲ ਖੰਘ ਲੱਗ ਜਾਂਦੀ ਹੈ ਬੱਚੂ, ਬੇਟਾ ਮੁਰਮਰੇ ਨਾਲ ਖੰਘ ਆਉਂਦੀ ਹੈ, ਤੁਸੀਂ ਟਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ ਖੁੰਘ। ਬੱਚੇ ਨੇ ਕਾਕੇ ਨੇ ਫੇਰ ਕਿਹਾ, ਮੈਨੂੰ ਖੰਘ ਖੁੰਘ ਨਹੀਂ ਲੱਗਦੀ, ਤੁਸੀਂ ਮੈਨੂੰ ਟਕਾ ਦਿਓ। ਮੁੰਡਾ ਮੱਛਰ ਦਾ ਜਾਪਦਾ ਸੀ, ਮੱਛਰ ਦਾ ਸ਼ਰਾਰਤਾਂ ਕਰਦਾ ਲੱਗਦਾ ਸੀ। ਟਕਾ ਮੇਰੇ ਕੋਲ ਹੈ ਹੀ ਨਹੀਂ ਸੀ ਅਤੇ ਮੇਰੇ ਕੋਲ ਤਾਂ ਟਕਾ ਹੈ ਹੀ ਨਹੀਂ ਸੀ। ਮੈਂ ਕਾਕੇ ਨੂੰ ਟਾਲਣ ਲਈ ਉਸਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ, ਖ਼ਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ, ਮੁਰਮਰਾ ਗੰਦਾ ਹੁੰਦਾ। ਮੈਨੂੰ ਫਿਰ ਕਿਹਾ, ਮੁਰਮਰਾ ਗੰਦਾ ਹੁੰਦਾ, ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ। ਟਾਲਦੇ ਹੋਏ ਮੈਂ ਉਹਨੂੰ ਕਿਹਾ, ਬਹਾਨਾ ਬਣਾ ਦਿੱਤਾ ਕਿ ਆਪਾਂ
ਸ਼ਾਮ ਨੂੰ ਬਾਜ਼ਾਰ ਵਿੱਚੋਂ ਕੁਲਫੀ ਖਾ ਕੇ ਆਵਾਂਗੇ। ਮੁਰਮਰੇ ਛੋਲੇ ਵਾਲਾ ਹੁਣ ਟਲ ਚੁੱਕਾ ਸੀ। ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣ ਮੰਨ ਗਿਆ ਅਤੇ ਕਾਕਾ, ਮੈਨੂੰ ਉਮੀਦ ਨਹੀਂ ਸੀ ਕਿ ਮੰਨ ਜਾਏਗਾ, ਪਰ ਉਹ ਮੰਨ ਗਿਆ। ਮੈਂ ਸਮਝਿਆ ਬਲਾ ਟਲੀ। ਮੈਂ ਸੋਚਿਆ ਕਿਤੇ ਹੋਰ ਕੋਈ ਛਾਬੜੀ ਵਾਲਾ ਹੀ ਨਾ ਆ ਜਾਵੇ। ਮੈਂ ਕੱਪੜੇ ਪਾ ਕੇ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਅਤੇ ਸੜਕਾਂ 'ਤੇ ਸਮਾਂ ਕਤਲ ਕਰਦਾ ਰਿਹਾ। ਕਤਲ ਕਰਨਾ, ਵਿਅਰਥ ਗਵਾਉਂਦਾ ਰਿਹਾ ਸਮਾਂ। ਕੀਮਤੀ ਸਮਾਂ ਮੈਂ 1 ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ। ਇਹ ਸਮਾਂ ਬਹੁਤ ਕੀਮਤੀ ਹੁੰਦਾ ਹੈ, ਪਰ ਮੈਨੂੰ ਐ ਸੀ ਕਿ ਮੈਂ ਆਪਣਾ ਟਕਾ ਬਚਾ ਲਵਾਂ, ਕਾਕਾ ਕਿਤੇ ਫੇਰ ਨਾ ਮੰਗ ਲਵੇ, ਅਤੇ ਮੈਂ ਉਹ ਸਮਾਂ ਬਰਬਾਦ ਕਰਦਾ ਰਿਹਾ। ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਪਰ ਸੁਣੇਗਾ ਕੌਣ? ਹੁਣ ਉਹਦੇ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਮੈਂ ਆਪਣੇ ਮਾਲਕ ਨੂੰ, ਮਤਲਬ ਆਪਣੇ ਜਿਹੜਾ ਮੇਰਾ ਬੌਸ ਹੈ ਉਹਨੂੰ ਮੈਂ ਇਹ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਪੈਸਿਆਂ ਵਿੱਚ ਗੁਜ਼ਾਰਾ ਨਹੀਂ ਹੋ ਸਕਦਾ। ਪਰ ਫਿਰ ਆਪ ਹੀ ਜਵਾਬ ਦਿੰਦਾ ਕਿ ਮੇਰੀ ਗੱਲ ਸੁਣੇਗਾ ਕੌਣ? ਇਕੱਲੇ ਦੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ, ਸੁਣੀ ਨਹੀਂ ਜਾਂਦੀ। ਲੇਖਕ ਆਪਣੇ ਆਪ ਨੂੰ ਤਰਕ ਦਿੰਦਾ ਹੈ ਕਿ ਇਕੱਲਾ ਬੰਦਾ ਜੇ ਕੋਈ ਗੱਲ ਕਹਿਣੀ ਚਾਹਵੇ ਅਤੇ ਭਾਵੇਂ ਕਿੰਨੀ ਉੱਚੀ ਆਵਾਜ਼ ਵਿੱਚ ਬੋਲੇ, ਉਹਦੀ ਕੋਈ ਨਹੀਂ ਸੁਣਦਾ। ਲੋੜਵੰਦ ਇਕੱਠੇ ਹੋ ਨਹੀਂ ਸਕਦੇ। ਜਿਹੜੇ ਜ਼ਰੂਰਤਮੰਦ ਲੋਕ ਹੈ ਉਹ ਇਕੱਠੇ ਹੋ ਕੇ ਵਿਰੋਧ ਕਰ ਨਹੀਂ ਸਕਦੇ। ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ। ਜੇ ਜ਼ਰੂਰਤਮੰਦ ਲੋਕ ਇਕੱਠੇ ਹੋ ਕੇ ਕਿਸੇ ਵਿਰੁੱਧ ਆਵਾਜ਼ ਉਠਾਉਂਦੇ ਵੀ ਹੈ ਤਾਂ ਉਹਨਾਂ ਨੂੰ ਇਕੱਠੇ ਨਹੀਂ ਰਹਿਣ ਦਿੱਤਾ ਜਾਂਦਾ, ਤਾਂ ਜੋ ਇਕੱਠੀ ਮੰਗ ਨਾ ਕਰਨ। ਇਸ ਕਰਕੇ ਨਹੀਂ ਇਕੱਠੇ ਰਹਿਣ ਦਿੱਤਾ ਜਾਂਦਾ ਨਾ ਕਿ ਕਿਤੇ ਕੋਈ ਡਿਮਾਂਡ ਨਾ ਕਰ ਲੈਣ। ਮੰਗ ਕੀਤਿਆਂ ਕਈ ਵਾਰੀ ਨੌਕਰੀਓਂ ਜਵਾਬ ਹੋ ਜਾਂਦਾ ਹੈ, ਅਤੇ ਜੇ ਕੋਈ ਇਹ ਜਿਹੀ ਡਿਮਾਂਡ ਕਰ ਲੈਣ ਜਿਹੜੀ ਪੂਰੀ ਨਾ ਹੋ ਸਕਦੀ ਹੋਵੇ ਤਾਂ ਉਹਨਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਮੈਂ ਡਰ ਗਿਆ, ਮਨ ਵਿੱਚ ਇੱਕ ਭੈ ਆ ਗਿਆ। ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ ਅਤੇ ਮੈਨੂੰ ਐਂ ਲੱਗਿਆ ਕਿ ਕਿਤੇ ਮੈਨੂੰ ਨੌਕਰੀ ਤੋਂ ਜੇ ਜਵਾਬ ਮਿਲ ਗਿਆ ਤਾਂ ਮੈਂ ਬੇਰੁਜ਼ਗਾਰ ਹੋ ਜਾਊਂਗਾ ਅਤੇ ਫਿਊਚਰ ਵਿੱਚ ਫਿਰ ਮੈਂ ਕਿਵੇਂ ਘਰ ਦਾ ਗੁਜ਼ਾਰਾ ਕਰੂੰਗਾ। ਕਾਇਰਾਂ ਵਾਂਗ ਮੈਂ ਸਦਾ ਚੁੱਪ ਰਿਹਾ ਅਤੇ ਡਰਪੋਕ ਲੋਕਾਂ ਵਾਂਗ, ਬੁਜ਼ਦਿਲਾਂ ਵਾਂਗ ਮੈਂ ਚੁੱਪ ਰਿਹਾ। ਮੈਂ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ਅਤੇ ਮੈਂ ਸੋਚਿਆ ਕਿ ਚਲੋ ਜਿਵੇਂ ਗੁਜ਼ਾਰਾ ਚੱਲਦਾ ਹੈ ਚਲਾਈ ਰੱਖੀਏ। ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌਂ ਜਾਂਦਾ ਹੈ, ਮੈਂ ਦੱਬੀ ਪੈਰੀ ਘਰ ਪਹੁੰਚਿਆ। ਮੈਂ ਇਹ ਸੋਚ ਕੇ ਕਿ ਕਾਕਾ ਜਲਦੀ ਸੌ ਜਾਂਦਾ ਹੈ, ਹੌਲੀ ਹੌਲੀ ਬਿਨਾਂ ਖੜਕਾ ਕੀਤਿਆਂ, ਦੱਬੇ ਪੈਰੀ ਬਿਨਾਂ ਖੜਕਾ ਕੀਤਿਆਂ ਘਰ ਪਹੁੰਚਿਆ। ਆਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ। ਹੌਲੀ ਜਿਹੀ ਕੁੰਡਾ ਖੜਕਾ ਦਿੱਤਾ, ਆਵਾਜ਼ ਨਾ ਮਾਰੀ। ਉੱਤੋਂ ਹੀ ਆਵਾਜ਼ ਆਈ, ਦਾਰ ਜੀ ਆਇਆ ਜੇ। ਕਾਕਾ ਜਾਗਦਾ ਪਿਆ ਸੀ, ਉਹਦੀ ਆਵਾਜ਼ ਆਈ, ਦਾਰ ਜੀ ਮੈਂ ਆਇਆ। ਅਤੇ ਥੋੜ੍ਹੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲ੍ਹਿਆ ਅਤੇ ਕਾਕੇ ਨੇ ਆ ਕੇ ਦਰਵਾਜ਼ਾ ਖੋਲ੍ਹਿਆ। ਦਾਰ ਜੀ ਕੁਲਫੀ ਖਾਣ ਜਾਣਾ ਜੇ। ਬੱਚਾ ਤਾਂ ਆਪਣੇ ਕੁਲਫੀ ਖਾਣ ਲਈ ਤਿਆਰ ਸੀ। ਉਹਨੂੰ ਪਤਾ ਸੀ ਕਿ ਪਿਤਾ ਪ੍ਰੋਮਿਸ ਕਰਕੇ ਗਿਆ। ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ। ਉਹਨੂੰ ਇੱਕ ਉਮੀਦ ਸੀ ਕਿ ਆਪਾਂ ਕੁਲਫੀ ਖਾਣ ਜਾਵਾਂਗੇ। ਉੱਤੇ ਚੱਲ ਉੱਤੇ, ਮੈਂ ਕਿਹਾ। ਉੱਪਰ ਚੱਲੋ ਉੱਪਰ, ਮੈਂ ਜਵਾਬ ਦਿੱਤਾ। ਕਾਕਾ ਨਿਮੂਝਣਾ ਜਿਹਾ ਹੋ ਕੇ ਅੱਗੇ ਲੱਗ ਤੁਰਿਆ। ਨਿਮੂਝਣਾ ਜਿਹਾ, ਉਦਾਸ ਜਿਹਾ ਹੋ ਕੇ ਅੱਗੇ ਅੱਗੇ ਚੱਲ ਪਿਆ। ਮੰਜੇ 'ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ, ਕੁਲਫੀ ਕੱਲ੍ਹ ਖਾਵਾਂਗੇ। ਹੁਣ ਅੰਧੇਰਾ ਹੋ ਗਿਆ ਅਤੇ ਆਪਾਂ ਕੱਲ੍ਹ ਕੁਲਫੀ ਖਾਵਾਂਗੇ। ਬੇਟਾ ਇਹ ਪਾਠ ਆਪਾਂ ਇੱਥੋਂ ਤੱਕ ਪੜ੍ਹਾਂਗੇ। ਬਾਕੀ ਜਿਹੜਾ ਰਹਿ ਗਿਆ ਹੈ ਆਪਾਂ ਅਗਲੀ ਕਲਾਸ ਵਿੱਚ ਇਹ ਪਾਠ ਪੜ੍ਹਾਂਗੇ। ਥੈਂਕ ਯੂ।